सिमरन वेलकम टू माय चैनल। ਅੱਜ ਆਪਾਂ ਕਰਾਂਗੇ ਐਕਸਰਸਾਈਜ਼ 1.3 ਦੇ ਆਪਣੇ ਕੋਲ 4 ਕੁਐਸਚਨ ਪੈਂਡਿੰਗ ਸੀ। ਅੱਜ ਆਪਾਂ ਕੰਪਲੀਟ ਕਰਦੇ ਆ। ਸੋ ਐਕਸਰਸਾਈਜ਼ 1.3 ਦਾ ਜਿਹੜਾ 6th ਕੁਐਸਚਨ ਆ ਉਹ ਇੰਟਰਵਲ ਨਾਲ ਰਿਲੇਟਡ ਹੈ। ਇੰਟਰਵਲ ਆਪਾਂ ਪਿਛਲੇ ਲੈਕਚਰ ਦੇ ਵਿੱਚ ਪੜਿਆ ਇੰਟਰੋਡਕਸ਼ਨ ਦੇ ਵਿੱਚ ਕਿ ਇੰਟਰਵਲ ਕੀ ਹੁੰਦੇ ਨੇ, ਫਿਰ ਓਪਨ ਇੰਟਰਵਲ, ਕਲੋਜ਼ ਇੰਟਰਵਲ, ਇਹ ਸਾਰਾ ਆਪਾਂ ਪੜ ਚੁੱਕੇ ਹੋਏ ਆ। बट आप एक बार रिवाइज कर लेने इंटरवल्स की होंगे रियल नंबर के बिटवीन जो नंबर का सैट होंगे मैं तुहानू क्या सी उन्होंने आप की करते हैं इंटरवल की फॉर्म के लिखते हैं। रियल नंबर किहड़े नंबर होंगे ने वो नंबर जिन्होंने आप नंबर लाइन से रिप्रेजेंट करते हैं। अब बच्चे अपने को नंबर लाइन किहड़ी हुंदी सी वो लाइन जिवें बिटवीन की हुंदा रीजन हुंदा ते इत्थों कित्थों तक जांदे नंबर इनफिनिटी तक ते इत्थे कित्थों तक जांदे माइनस इनफिनिटी तक। सो ये अपने कोल की हुंदी ने नंबर लाइन हुंदी। रियल नंबर किहड़े नंबर हुंदे ने वो नंबर जिन्हां नूं आपां नंबर लाइन ते रिप्रेजेंट करदे आ। सो आपां इत्थे ले लेने नंबर इत्थे -1 होएगा, इत्थे -2 होएगा। हुण देखो 0 ते -2 आपां एक एग्जांपल ले लेने आ। इंटरवल रियल नंबर दे बिटवीन रियल नंबर है तो इन्हां दे बिटवीन जो नंबर दा सेट होगा उन्हां नूं आपां इंटरवल दी फॉर्म दे विच लिखदे आ। आपां पढ़िया सी ਹੁਣ ਜਿਹੜਾ 0 ਤੇ -2 ਆ ਬੱਚੇ ਇਹਦੇ ਬਿਟਵੀਨ ਆਪਣੀ ਕੋਲ ਕੀ ਹੋਣਗੇ ਇਨਫਾਈਨਾਈਟ ਨੰਬਰ ਹੋਣਗੇ। ਇਹਦੇ ਵਿੱਚ ਪੁਆਇੰਟ ਵਾਲੇ ਹੋਣਗੇ 0.1 0.2 ਐਕਸੈਟਰਾ ਹਨਾ ਇਨਫਾਈਨਾਈਟ ਨੰਬਰ ਹੋਣਗੇ। ਸੋ ਇਹਨਾਂ ਨੂੰ ਆਪਾਂ ਕੀ ਹੈ ਐਲੀਮੈਂਟ ਦੀ ਫਾਰਮ ਦੇ ਵਿੱਚ ਨਹੀਂ ਲਿਖ ਸਕਦੇ ਜਿਵੇਂ ਆਪਾਂ ਪਹਿਲਾਂ ਲਿਖਦੇ ਸੀ ਆਪਣੇ ਕੋਲ ਕਿਹੜੇ ਕਿਹੜੇ ਐਲੀਮੈਂਟ ਹੈ ਹਨਾ ਕਰਲੀ ਬ੍ਰੇਸਿਸ ਲਗਾ ਕੇ ਇਹਨੂੰ ਉਵੇਂ ਨਹੀਂ ਆਪਾਂ ਲਿਖ ਸਕਦੇ क्योंकि इनफाइनाइट नंबर है। सो आप कितने को एलिमेंट की फॉर्म दे विच लिखांगे। सो आप इन्हां नूं इंटरवल की फॉर्म दे विच लिखदे हां। हुण इंटरवल भी अपने कोल दो तरह दे हुंदे सी ओपन इंटरवल और क्लोज इंटरवल है ना ओपन इंटरवल और क्लोज इंटरवल। ओपन इंटरवल जिहड़ा हुंदा सी आपां नूं सर्कुलर ब्रैकेट दे विच लिखदे सी। सर्कुलर ब्रैकेट दे विच दो अपने कोल एलिमेंट हुंदे सी ए ते बी। इन्हां नूं आपां लिखदे सी the set of x such that x ਜਿਹੜਾ ਸੀ ਉਹ ਬਿਲੋਂਗ ਕਰਦਾ ਸੀ ਰੀਅਲ ਨੰਬਰ ਨੂੰ ਜੋ ਕਿ ਰੀਅਲ ਨੰਬਰ ਹੁੰਦੇ ਸੀ। ਫਿਰ ਆਪਾਂ ਕੀ ਲਿਖਦੇ ਸੀ a less than x ਮਤਲਬ ਆ ਫਾਰਮ ਬਣਦੀ ਸੀ ਜੋ x ਸੀ ਉਹ a ਤੋਂ ਤਾਂ ਗ੍ਰੇਟਰ ਹੁੰਦਾ ਸੀ ਤੇ b ਤੋਂ ਲੈਸ ਹੁੰਦਾ ਸੀ ਹਨਾ। ਜਿਹੜਾ x ਦੀ ਵੈਲਿਊ ਹੁੰਦੀ ਸੀ ਉਹ a ਤੋਂ ਤਾਂ ਗ੍ਰੇਟਰ ਹੁੰਦੀ ਸੀ ਬਟ b ਤੋਂ ਲੈਸ ਹੁੰਦੀ ਸੀ। ਇਹਦੀ ਕੰਡੀਸ਼ਨ ਤੋਂ ਆਪਾਂ ਕੀ ਸਮਝਦੇ ਆ ਜਿਹੜੇ a ਤੇ b ਦੋ ਐਲੀਮੈਂਟ ਨੇ ਉਹ ਸੈੱਟ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੇ ਉਹ ਸੈੱਟ ਦੇ ਵਿੱਚ ਮਤਲਬ ਇਨਵੋਲਵ ਨਹੀਂ ਹੁੰਦੇ। ਇਹਨਾਂ ਦੇ ਬਿਟਵੀਨ ਦੇ ਜੋ ਸਾਰੇ ਐਲੀਮੈਂਟ ਨੇ ਉਹ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। a ਤੇ b ਖੁਦ ਸੈੱਟ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਪ੍ਰੈਜ਼ੈਂਟ ਨਹੀਂ ਹੁੰਦੇ। ਨੈਕਸਟ ਆਪਾਂ ਪੜ੍ਹਦੇ ਆ ਕਲੋਜ਼ ਇੰਟਰਵਲ। जो क्लोज इंटरवल ਹੁੰਦਾ ਸੀ ਉਹਨੂੰ ਆਪਾਂ ਸਕੁਅਰ ਬ੍ਰੈਕਟਸ ਦੇ ਵਿੱਚ ਲਿਖਦੇ ਸੀ ਜੋ ਆ ਵਾਲੀਆਂ ਬ੍ਰੈਕਟਸ ਹੁੰਦੀਆਂ ਨੇ। a ਤੇ b ਇੱਥੇ ਵੀ ਆਪਣੀ ਕੋਲ ਕੋਈ ਦੋ ਐਲੀਮੈਂਟ ਨੇ ਇਹਨਾਂ ਨੂੰ ਆਪਾਂ ਕਿਵੇਂ ਲਿਖਦੇ ਸੀ the set of x such that x ਹੈ ਜਿਹੜਾ ਬਿਲੋਂਗ ਕਰਦਾ ਪਿਆ r ਨੂੰ ਕਹਦੇ ਨਾਲ ਡਿਨੋਟ ਕਰਦੇ ਆ ਰੀਅਲ ਨੰਬਰ ਨਾਲ। a ਆਪਣੀ ਕੋਲ ਕੰਡੀਸ਼ਨ ਬਣਦੀ x greater than equal to a or less than equal to b। ਆ ਕੰਡੀਸ਼ਨ ਕੀ ਕਹਿੰਦੀ ਪਈ ਹੈ ਕਿ ਜਿਹੜੇ a ਦੇ b ਦੋ ਐਲੀਮੈਂਟ ਨੇ ਉਹ ਵੀ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਬਿਕੋਜ਼ ਇਹ ਇਕੁਅਲ ਟੂ ਦਾ ਸਾਈਨ ਹੈ। ਮੀਨਸ ਆ ਦੋ ਜਿਹੜੇ ਐਲੀਮੈਂਟ ਨੇ ਇਹ ਵੀ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਤੇ ਇਹਨਾਂ ਦੇ ਜੋ ਬਿਟਵੀਨ ਦੇ ਨੰਬਰਸ ਨੇ ਉਹ ਵੀ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ। ਸੋ ਹੁਣ ਆਪਾਂ ਵੇਖਦੇ ਹਾਂ ਕੁਐਸਚਨ ਨੰਬਰ 6 ਜੋ ਕਿ ਇਹਦੇ ਨਾਲ ਰਿਲੇਟਡ ਹੈ। क्वेश्चन नंबर 6 का बच्चे अपने को स्टेटमेंट देखो which of the following is interval। ਇਹਨਾਂ ਨੂੰ ਆਪਾਂ ਇੰਟਰਵਲ ਦੀ ਫਾਰਮ ਦੇ ਵਿੱਚ ਲਿਖਣਾ ਹੈ। ਇਹ ਆਪਾਂ ਨੂੰ ਸੈਟ ਬਿਲਡਰ ਫਾਰਮ ਗਿਵਨ ਹੈ। ਆਪਾਂ ਓਪਨ ਨੋ ਇੰਟਰਵਲ ਤੇ ਕਲੋਜ਼ ਇੰਟਰਵਲ ਚ ਪੜਿਆ ਹੋਇਆ ਹੈ ਕੀ ਹੁੰਦਾ ਹੈ ਦੇਖੋ ਇਹ ਆਪਾਂ ਨੂੰ ਗਿਵਨ ਹੈ ਠੀਕ ਹੈ। ਆਪਾਂ ਇਹਨਾਂ ਨੂੰ ਇੰਟਰਵਲ ਦੀ ਫਾਰਮ ਦੇ ਵਿੱਚ ਲਿਖਣਾ ਹੈ। ਆਪਾਂ ਪੜਿਆ ਹੋਇਆ ਇੰਟਰਵਲ ਦੀ ਫਾਰਮ ਦੇ ਵਿੱਚ ਆਪਾਂ ਕਿਵੇਂ ਲਿਖਣਾ ਹੈ ਆਪਾਂ ਰਿਵਾਈਜ਼ ਕੀਤਾ ਹੈ। देखो स्टेटमेंट की है सेट ऑफ x सच दैट x है जेड़ा बिलोंग करदा पिया रियल नंबर नु -4 जेड़ा x दी वैल्यू ओ ग्रेटर देन 4 है और लेस देन इक्वल टू 6 है। आपा की पढ़िया सी जिथे आ वाली कंडीशन बनदी पई है अपनी कोल ओ अपनी कोल की हुंदा क्लोज इंटरवल है ना सॉरी ओपन इंटरवल ਜਿਹੜੀ ਤੇ ਆ ਵਾਲੀ ਕੰਡੀਸ਼ਨ ਬੰਦੀ ਪਈ ਹੈ ਉਹ ਆਪਣੀ ਕੋਲ ਕੀ ਹੁੰਦਾ
ਹੁੰਦਾ ਸੀ, ਉਹ ਆਪਣੇ ਕੋਲ ਕੀ ਹੁੰਦਾ ਸੀ, क्लोज इंटरवल ਹੁੰਦਾ ਸੀ। ਆਪਾਂ ਪੜ੍ਹ ਕੇ ਆਏ ਹਾਂ। ਫਿਰ -4 ਦੀ ਜਿਹੜੀ ਹੈਗੀ ਹੈ ਉਹ ਕੀ ਹੈ, x ਦੀ ਵੈਲਿਊ ਜਿਹੜੀ मतलब हैगी है ग्रेटर दैन 4 नालों, मीन से अपने को आ वाली कंडीशन बनती पई क्योंकि इक्वल टू का साइन नहीं है, सिंपली साइन है इत्थे, तो आपां केड़ी ब्रैकेट पावांगे, सर्कुलर ब्रैकेट पावांगे -4 ते 6 दे नाल इत्थे की लिखिया लेस इक्वल टू, मींस जेड़ा 4 है ਉਹ ਤਾਂ ਸੈਟ ਦੇ ਵਿੱਚ मतलब ਪਾਰਟਿਸਿਪੇਟ ਨਹੀਂ ਕਰੂਗਾ ਤੇ ਜਿਹੜਾ 6 ਉਹ ਪਾਰਟਿਸਿਪੇਟ ਕਰੂਗਾ, ਤਾਂ ਕਰਕੇ ਆਪਣੇ ਕੋਲ ਇੱਥੇ ਕਿਹੜੀ ਹੋਊਗੀ, ਸਕੁਅਰ ਬ੍ਰੈਕਟ, क्योंकि इक्वल टू का भी नाल साइन दिता। आई होप तुम समझ गए होंगे कि मैं तुहानू कहना चाहनी हां। नेक्स्ट देखो द सेट ऑफ x such that x belong to real number -12, हुन इथे भी इक्वल टू का साइन दिता, सिंपली कंडीशन दिती हुई है, इक्वल टू मतलब एवे वाली कंडीशन नहीं दिती हुई आपां नू, मींस आपां की करांगे, सर्कुलर ब्रैकेट यूज करते सी, इथे आपां स्क्वायर ब्रैकेट, सो सर्कुलर ब्रैकेट दे विच आपां लिख दांगे -12 और -10, क्लियर। जिथे इक्वल टू दिता सिंपली समझो बच्चे, तो मैं तुहानू कहना की चाहनी हां, जिथे सिंपल साइन दिता है उत्ते क्लोज ब्रैकेट यूज होनी है, जिथे अपने को इक्वल टू भी नाल दिता है, इनु सारी कंडीशन छड्डो, मैं तुहानू इजी लैंग्वेज दसदा, नहीं भी समझ आया मैं की कहना चाहनी हां। देखो जिथे सिंपली साइन लगे होणगे उत्थे तुसीं यूज करनी है क्लोज ब्रैकेट, जिथे लग्या होगा नाल इक्वल टू का साइन उत्थे तुसीं स्क्वायर ब्रैकेट यूज करनी है, सिंपल जी गल है। हुण इत्थे देखो इक्वल टू का साइन लग्या मींस तुसीं स्क्वायर ब्रैकेट यूज करो, इत्थे अपने को इक्वल टू का साइन नहीं लग्या, सिंपल ही है, तो तुसीं की करना है, क्लोज ब्रैकेट यूज करनी है, क्लियर। नेक्स्ट अपने को इक्वल टू का साइन लग्या मींस स्क्वायर ब्रैकेट, इत्थे भी लग्या मींस इत्थे भी आपां की करांगे, स्क्वायर ब्रैकेट यूज करांगे, एक क्योंकि ਇਹਦੇ ਵਿੱਚ ਤਾਂ ਮੈਂ ਦੂਜੀ ਤਰ੍ਹਾਂ ਵੀ ਦੱਸਦੀ ਆ, ਕਿਉਂਕਿ ਇਹਦੇ ਵਿੱਚ ਕੀ ਹੈ 3 ਤੇ 4 ਇਹ ਦੋਵੇਂ ਵੀ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਤੇ ਇਹਨਾਂ ਦੇ ਬਿਟਵੀਨ ਦੇ ਐਲੀਮੈਂਟ ਵੀ ਪ੍ਰੈਜ਼ੈਂਟ ਹੋਣਗੇ। ਆਪਾਂ ਸਾਰਾ ਹੀ ਪੜ੍ਹ ਲਿਆ, ਹੁਣ ਆਪਾਂ ਮੂਵ ਕਰਦੇ ਆ ਕੁਐਸਚਨ ਨੰਬਰ 7 ਤੇ। ਹੁਣ ਆਪਾਂ ਵੇਖਦੇ ਹਾਂ ਬੱਚੇ ਕੁਐਸਚਨ ਨੰਬਰ 7, ਇਹਦੇ ਵਿੱਚ ਆਪਾਂ ਨੂੰ ਕੀ ਹੈ, ਰਾਈਟ ਦਾ ਫੋਲੋਇੰਗ ਇੰਟਰਵਲਸ ਇਨ ਸੈਟ ਬਿਲਡਰ ਫਾਰਮ, ਜਿਹੜੇ ਆਪਾਂ ਨੂੰ ਇੰਟਰਵਲ ਦਿੱਤੇ, ਇੰਟਰਵਲ ਦੀ ਫਾਰਮ ਦਿੱਤੀ ਹੈ, ਇਹਨਾਂ ਨੂੰ ਆਪਾਂ ਸੈਟ ਬਿਲਡਰ ਫਾਰਮ ਦੇ ਵਿੱਚ ਲਿਖਣਾ ਹੈ। ਕੁਐਸਚਨ ਨੰਬਰ 6 ਦੇ ਵਿੱਚ ਆਪਾਂ ਨੂੰ ਕੀ ਕਿਹਾ ਸੀ, ਸੈਟ ਬਿਲਡਰ ਫਾਰਮ ਗਿਵਨ ਸੀ, ਆਪਾਂ ਇਹਨਾਂ ਨੂੰ ਇੰਟਰਵਲ ਦੀ ਫਾਰਮ ਦੇ ਵਿੱਚ ਲਿਖਿਆ ਸੀ, ਉਵੇਂ ਇੱਥੇ ਆਪਾਂ ਨੂੰ ਇੰਟਰਵਲ ਗਿਵਨ ਆਪਾਂ ਇਹਨਾਂ ਨੂੰ ਸੈਟ ਬਿਲਡਰ ਫਾਰਮ ਦੇ ਵਿੱਚ ਲਿਖਣਾ ਹੈ। ਕੁਐਸਚਨ ਨੰਬਰ 1 7th ਪਾਰਟ ਦਾ, ਇੱਥੇ ਆਪਣੇ ਤੋਂ ਪਹਿਲਾਂ ਆਪਾਂ ਵੇਖਣਾ ਹੈ ਕੀ ਹੈ, ਆਪਾਂ ਨੂੰ ਕਿਹੜੀਆਂ ਬ੍ਰੈਕਟਸ ਗਿਵਨ ਨੇ, ਇੱਥੇ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਸਰਕੂਲਰ, ਆਪਾਂ ਨੂੰ ਸਰਕੂਲਰ ਬ੍ਰੈਕਟਸ ਗਿਵਨ ਨੇ, ਜਿੱਥੇ ਸਰਕੂਲਰ ਬ੍ਰੈਕਟਸ ਗਿਵਨ ਹੁੰਦੀਆਂ ਨੇ मींस -3 ਤੇ 0 ਆ ਜਿਹੜਾ ਉਹ ਸੈੱਟ ਦੇ ਵਿੱਚ ਖੁਦ ਪ੍ਰੈਜ਼ੈਂਟ ਨਹੀਂ ਹੁੰਦੇ, ਇਹਨਾਂ ਦੇ ਬਿਟਵੀਨ ਦੇ ਐਲੀਮੈਂਟ ਆ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਆ। ਆਪਾਂ ਕਿਵੇਂ ਲਿਖਾਂਗੇ ਇਹਨਾਂ ਨੂੰ, the set of x such that x belong to real number, ਆਪਾਂ ਇਹ ਵੇਖ ਲਿਆ ਹੋਇਆ ਤੇ ਪਿਛਲੇ ਲੈਕਚਰ 'ਚ ਮੈਂ ਤੁਹਾਨੂੰ ਸੈਟ ਬਿਲਡਰ ਫਾਰਮ ਲਿਖਣੀ ਵੀ ਸਿਖਾਈ, ਆਪਾਂ ਕਿਵੇਂ ਲਿਖਦੇ ਹੁੰਦੇ ਆ, ਇਹਨੂੰ ਆਪਾਂ ਹਮੇਸ਼ਾ ਸਟੇਟਮੈਂਟ ਦੀ ਫਾਰਮ ਦੇ ਵਿੱਚ ਲਿਖਦੇ ਆ, ਆਪਾਂ ਪੜਿਆ ਹੋਇਆ। ਹੁਣ ਇੱਥੇ ਫਿਰ ਤੁਸੀਂ ਕੀ ਲਿਖਣਾ ਹੈ, x ਇੱਥੇ a ਤੇ ਇੱਥੇ b, ਬਣ ਜਿਹੜੇ ਵਿੱਚ ਆਪਾਂ ਸਾਈਨ ਲਾਉਣੇ ਆ ਨਾ ਉਹ ਤੁਸੀਂ ਧਿਆਨ ਨਾਲ ਲਾਉਣੇ ਆ। ਇੱਥੇ ਹੁਣ ਆਪਾਂ ਨੂੰ ਸਰਕੂਲਰ ਬ੍ਰੈਕਟਸ ਆ, ਮੀਨਸ ਇੱਥੇ ਆਪਾਂ ਕੀ ਲਾਵਾਂਗੇ, ਸਿੰਪਲੀ ਆ ਸਾਈਨ ਲਾਵਾਂਗੇ, ਕਿਉਂ, ਜਿਹੜੀ x ਦੀ ਵੈਲਿਊ ਉਹ a ਤੋਂ ਤਾਂ ਵੱਡੀ ਹੋਊਗੀ ਤੇ b ਤੋਂ ਛੋਟੀ ਹੋਊਗੀ, मींस a ਤੇ b ਹੈ ਜਿਹੜਾ ਸੈੱਟ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੋਣਗੇ, ਕਲੀਅਰ। ਨੈਕਸਟ ਆਪਣੇ ਕੋਲ ਦੋਵੇਂ ਆਪਾਂ ਨੂੰ ਕੀ ਦਿੱਤੀਆਂ ਹੋਈਆਂ, स्क्वायर ब्रैकेट्स, मींस ਆਪਾਂ ਸਮਝ ਜਾਂਦੇ ਆ ਕਿ ਆਪਣੇ ਕੋਲ क्लोज इंटरवल ਆਪਾਂ ਨੂੰ ਗਿਵਨ ਨੇ, ਸੋ ਓਵੇਂ the set of x such that x belong to real number a x ਤੇ b, ਬਿਟਵੀਨ ਸਾਈਨ ਲਾਉਣੇ ਆ। ਹੁਣ ਦੋਵੇਂ ਸਕੁਅਰ ਬ੍ਰੈਕਟਸ ਨੇ, मींस ਆਪਾਂ ਇਕੁਅਲ ਟੂ ਵੀ ਲਾਉਣਾ ਨਾਲ, ਕਿਉਂਕਿ a ਤੇ b ਸੈੱਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ, ਕੰਮ ਕਰਨਗੇ, ਇਹਨਾਂ ਦੇ ਬਿਟਵੀਨ ਦੇ ਐਲੀਮੈਂਟ ਵੀ ਪ੍ਰੈਜ਼ੈਂਟ ਹੋਣਗੇ। ਸਮਝ ਆ ਗਈ ਤੁਹਾਨੂੰ। ਉਵੇਂ ਇਹਦੇ ਵਿੱਚ ਵੀ ਇੱਕ ਆਪਾਂ ਨੂੰ ਇੱਥੇ ਆਪਾਂ ਨੂੰ ਕੀ ਦਿੱਤੀ ਹੋਈ ਹੈ, ਸਰਕੂਲਰ ਬ੍ਰੈਕਟ ਦਿੱਤੀ ਹੈ, ਇੱਥੇ ਆਪਾਂ ਨੂੰ ਸਕੁਅਰ ਬ੍ਰੈਕਟ ਦਿੱਤੀ ਹੈ, ਇਹਦੇ ਤੋਂ ਆਪਾਂ ਪਹਿਚਾਨਣਾ ਹੈ। ਉਵੇਂ ਦਾ ਸੈਟ ਆਫ x such that x belong to real number, ਉਵੇਂ a
साइन लाना। ਹੁਣ ਇੱਥੇ ਆਪਾਂ ਨੂੰ ਸਰਕੂਲਰ ਬ੍ਰੈਕਟ ਗਿਵਨ ਹੈ ਮੀਨਸ ਆਪਾਂ ਸਿੰਪਲ ਸਾਈਨ ਲਾ ਦਾਂਗੇ। ਇੱਥੇ ਸਕੁਅਰ ਬ੍ਰੈਕਟ ਗਿਵਨ ਹੈ ਮੀਨਸ ਸਾਈਨ ਦੇ ਨਾਲ ਆਪਾਂ ਇਕੁਅਲ ਟੂ ਵੀ ਲਿਖਾਂਗੇ। ਮੀਨਸ a ਹੈ ਜਿਹੜਾ ਉਹ ਸੈੱਟ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੋਊਗਾ ਤੇ b ਹੈ ਜਿਹੜਾ ਉਹ ਪ੍ਰੈਜ਼ੈਂਟ ਹੋਊਗਾ ਐਲੀਮੈਂਟ। ਉਵੇਂ ਤੇ ਆਪਣੀ ਕੋਲ ਕੀ ਦਿੱਤੀ ਆਪਾਂ ਨੂੰ ਸਕੁਅਰ ਬ੍ਰੈਕਟ ਦਿੱਤੀ ਹੈ, ਇੱਥੇ ਆਪਾਂ ਨੂੰ ਸਰਕੂਲਰ ਬ੍ਰੈਕਟ ਦਿੱਤੀ ਹੈ। ਉਵੇਂ the set of x such that x belong to real number ਕਿ ਜਿਹੜਾ x ਆ ਉਹ ਰੀਅਲ ਨੰਬਰ ਨੂੰ ਬਿਲੋਂਗ ਕਰਦਾ ਪਿਆ। ਉਵੇਂ a x b ਸਾਈਨ ਕਿਹੜੇ ਲਗਾਵਾਂਗੇ ਸਰਕੂਲਰ ਹੈ ਉਹ ਸੌਰੀ ਸਕੁਅਰ ਬ੍ਰੈਕਟ ਹੈ ਪਹਿਲਾਂ ਮੀਨਸ ਇਕੁਅਲ ਟੂ ਵੀ ਨਾਲ ਆਏਗਾ ਕਿਉਂਕਿ ਆਪਣੀ ਕੋਲ ਕੀ ਸਰਕੂਲਰ ਹੈ ਤਾਂ ਮੀਨਸ ਦਾ ਸਾਈਨ ਆਊਗਾ। ਮੀਨਸ ਇੱਥੇ a ਹੈ ਜਿਹੜਾ ਉਹ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੈ ਤੇ b ਹੈ ਜਿਹੜਾ ਉਹ ਪ੍ਰੈਜ਼ੈਂਟ ਨਹੀਂ ਹੈ। ਤੁਸੀਂ ਇਹਨਾਂ ਦੇ ਵਿੱਚ ਕੀ ਵੇਖਣਾ ਹੈ ਪਹਿਲਾਂ ਵੇਖਣਾ ਹੈ ਕਿਹੜੀਆਂ ਬ੍ਰੈਕਟਸ ਗਿਵਨ ਨੇ ਫਿਰ ਸਾਈਨ ਧਿਆਨ ਨਾਲ ਲਗਾਉਣਾ ਹੋਰ ਕੁਝ ਨਹੀਂ ਹੈ ਇਹਦੇ ਵਿੱਚ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 8 ਤੇ। ਹੁਣ ਕੁਐਸਚਨ ਨੰਬਰ 8 ਦੇਖਦੇ ਹਾਂ ਕੀ ਸਟੇਟਮੈਂਟ ਆਪਾਂ ਨੂੰ what universal set would you propose for each of the following ਮੀਨਸ ਆਪਾਂ ਨੂੰ ਜਿਹੜੇ ਦਿੱਤੇ ਹੋਏ ਆ ਥੱਲੇ ਇਹਦੇ ਲਈ ਆਪਾਂ ਕਿਹੜਾ ਯੂਨੀਵਰਸਲ ਸੈਟ ਪ੍ਰਪੋਜ਼ ਕਰਾਂਗੇ ਮੀਨਸ ਕਿਹੜਾ ਯੂਨੀਵਰਸਲ ਸੈਟ ਲਿਖਾਂਗੇ। यूनिवर्सल सेट की ਹੁੰਦਾ ਆਪਾਂ ਪੜਿਆ ਹੋਇਆ ਹੈ यूनिवर्सल सेट ਐਵੇਂ ਦਾ ਸੈਟ ਹੁੰਦਾ ਜਿੰਦੇ ਵਿੱਚ ਸਾਰੇ ਐਲੀਮੈਂਟ ਪ੍ਰੈਜ਼ੈਂਟ ਹੁੰਦੇ ਨੇ ਮੀਨਸ ਸਭ ਕੁਝ ਅੰਡਰ ਕੰਸੀਡਰੇਸ਼ਨ ਮੀਨਸ ਜੇ ਆਪਾਂ ਕੀਤਾ ਸੀ ਕਿ ਐਗਜ਼ਾਮਪਲ ਕੀਤੀ ਸੀ ਜਿਹੜਾ ਸੈਟ ਸੀ ਆਪਾਂ ਨੂੰ ਉਹਦੇ ਵਿੱਚ ਲਿਖਿਆ ਸੀ ਜਨ ਫੈਬ ਫਿਰ ਆਪਾਂ ਬਾਕੀ ਮੰਥ ਵੀ ਨਾਲ ਐਡ ਕਰਦੇ ਸੀ ਉਵੇਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਐਗਜ਼ਾਮਪਲਸ ਕੀਤੀਆਂ ਹੋਈਆਂ ਨੇ ਉਵੇਂ यूनिवर्सल सेट ਕੀ ਹੁੰਦਾ ਉਹ ਸੈਟ ਜਿੰਦੇ ਵਿੱਚ ਸਾਰੇ ਐਲੀਮੈਂਟ ਪ੍ਰੈਜ਼ੈਂਟ ਹੁੰਦੇ ਨੇ। ਦ ਸੈਟ ਆਫ ਰਾਈਟ ਟ੍ਰਾਇੰਗਲ राइट ट्रायंगल की होंदी है जिंदे विच 90 डिग्री दा एंगल बनता है। क्लियर स्टूडेंट्स इनदे लिए ਆਪਾਂ ਕਿਹੜਾ यूनिवर्सल सेट यूज करांगे देखो आंसर द सेट ऑफ ऑल ट्रायंगल्स क्योंकि ਜਿਹੜੀ राइट एंगल ट्रायंगल है ਜਿਹੜੀ राइट एंगल ट्रायंगल है ਉਹ ਵੀ ਇਸ ਸੈਟ ਦੇ ਵਿੱਚ ਪ੍ਰੈਜ਼ੈਂਟ ਹੋਊਗੀ। the set of all triangles कि ਜਿਹੜੀ राइट एंगल है ट्रायंगल है वो भी इस सेट ਦੇ ਵਿੱਚ ਪ੍ਰੈਜ਼ੈਂਟ ਹੋਊਗੀ। ਉਹ यूनिवर्सल सेट ਕੀ ਹੁੰਦਾ ਹੈ ਜਿਹਦੇ ਵਿੱਚ ਸਾਰੇ ਐਲੀਮੈਂਟ ਪ੍ਰੈਜ਼ੈਂਟ ਹੁੰਦੇ ਨੇ। ਨੈਕਸਟ ਸਟੇਟਮੈਂਟ ਵੇਖੋ the set of isosceles triangle ਇਹਦੇ ਵਿੱਚ ਵੀ ਆਪਾਂ ਲਿਖ ਸਕਦੇ ਹਾਂ the set of all triangles ਮੀਨ ਜਿਹੜੀ isosceles triangle ਹੈ ਉਹ ਵੀ ਇਸ ਟ੍ਰਾਇੰਗਲ ਵਾਲੇ ਸੈਟ ਦੇ ਵਿੱਚ ਪ੍ਰੈਜ਼ੈਂਟ ਹੋਊਗੀ। ਉਹੀ ਆਪਣੀ ਕੋਲ यूनिवर्सल सेट ਹੁੰਦਾ ਹੈ ਜਿੰਦੇ ਵਿੱਚ ਸਾਰੇ ਐਲੀਮੈਂਟ ਪ੍ਰੈਜ਼ੈਂਟ ਹੁੰਦੇ ਨੇ। ਇੱਥੇ ਆਪਾਂ ਟ੍ਰਾਇੰਗਲ ਦੀ ਥਾਂ ਤੇ ਪੋਲੀਗਨ ਵੀ ਲਿਖ ਸਕਦੇ ਹਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਪੋਲੀਗਨ ਵੀ ਆ ਸਕਦਾ ਆਪਣੇ ਕੋਲ। ਪੋਲੀਗਨ ਕੀ ਹੁੰਦਾ ਹੈ ਇਹਦੇ ਵਿੱਚ ਕਿ ਟ੍ਰਾਇੰਗਲ ਵੀ ਪ੍ਰੈਜ਼ੈਂਟ ਹੁੰਦੀਆਂ ਨੇ ਸਕੁਅਰ ਵੀ ਪ੍ਰੈਜ਼ੈਂਟ ਹੁੰਦੇ ਨੇ ਕਿਹਦੇ ਤੁਹਾਨੂੰ ਲਿਖਿਆ ਹੋਵੇ ਕੁਐਸਚਨ ਦੇ ਵਿੱਚ ਆਨਸਰ ਦੇ ਵਿੱਚ ਤੁਸੀਂ ਘਬਰਾਉਣਾ ਨਹੀਂ ਹੈ ਜੇ ਪੋਲੀਗਨ ਵੀ ਲਿਖਿਆ पॉलीगन ਦੇ ਵਿੱਚ ਵੀ ट्रायंगल ਵੀ ਪ੍ਰੈਜ਼ੈਂਟ ਹੁੰਦੀ ਹੈ ਸਕੁਅਰ ਵੀ ਹੁੰਦਾ ਆਪਾਂ ਇਹ ਵਰਡ ਯੂਜ਼ ਕਰ ਸਕਦੇ ਹਾਂ ਤਾਂ ਤੇ ਦਾ ਸੈਟ ਆਫ ਪੋਲੀਗਨ। ਹੁਣ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 9 ਆਪਣੇ ਕੋਲ ਐਂਡ ਵਾਲਾ ਕੁਐਸਚਨ ਹੈ देखते हैं स्टूडेंट ਆਪਾਂ क्वेश्चन नंबर 9 ਕੀ ਸਟੇਟਮੈਂਟ ਹੈ given that ਆਪਾਂ ਨੂੰ ਤਿੰਨ ਸੈਟ ਗਿਵਨ ਹੈ ਇਹਦੇ ਵਿੱਚ A ਸੈਟ ਦੇ ਐਲੀਮੈਂਟ ਨੇ 1 3 5 ਤੇ B ਸੈਟ ਦੇ ਐਲੀਮੈਂਟ ਨੇ 2 4 6 ਐਂਡ C सेट ਦੇ एलिमेंट ने 0 2 4 6 8 ਆਪਾਂ ਨੂੰ ਤਿੰਨ ਸੈਟ ਗਿਵਨ ਨੇ A B C which of the following may be considered as universal set for all the three set ਇਹਦੇ ਵਿੱਚ universal set ਦੱਸਣਾ ਆਪਾਂ ਕਿ A B C ਲਈ ਇਹ ਸਾਰੇ ਆਪਣੇ ਵਿੱਚ ਜਿਹੜੇ ਗਿਵਨ ਸੈਟ ਨੇ ਇਹਨਾਂ ਵਿੱਚੋਂ ਕਿਹੜਾ universal set ਹੋਊਗਾ A B C ਲਈ। universal set ਜੋ ਕਿਹੜਾ ਹੋਊਗਾ ਜਦ ਇਹਦੇ ਵਿੱਚ ਜਦੋਂ A B C ਤਿੰਨਾਂ ਦੇ ਐਲੀਮੈਂਟ ਇਸ ਸੈਟ ਦੇ ਵਿੱਚ ਪ੍ਰੈਜ਼ੈਂਟ ਹੋਵੇ ਉਹ ਯੂਨੀਵਰਸਲ ਸੈਟ ਹੋਊਗਾ A B C ਲਈ। ਸੋ ਆਪਾਂ ਚੈੱਕ ਕਰਨਾ ਹੈ A B C ਤਿੰਨਾਂ ਦੇ ਐਲੀਮੈਂਟ ਇਸ ਸੈਟ ਦੇ ਵਿੱਚ ਪ੍ਰੈਜ਼ੈਂਟ ਹੈ ਕਿ ਨਹੀਂ ਹੈ ਇਹ ਚੈੱਕ ਕਰਨਾ ਪਹਿਲਾਂ ਆਪਾਂ A ਦੇ ਚੈੱਕ ਕਰਦੇ ਹਾਂ 1 3 5 1 ਵੀ ਪ੍ਰੈਜ਼ੈਂਟ ਹੈ 3 ਵੀ ਪ੍ਰੈਜ਼ੈਂਟ ਹੈ 5 ਵੀ ਪ੍ਰੈਜ਼ੈਂਟ ਹੈ ਮੀਨਸ A ਦਾ ਤਾਂ ਯੂਨੀਵਰਸਲ ਸੈਟ ਹੈਗਾ। B ਦਾ ਚੈੱਕ करना है 2 भी प्रेजेंट है 4 भी प्रेजेंट है 6 भी प्रेजेंट है मींस B ਲਈ ਵੀ ਇਹ यूनिवर्सल सेट है। ਕਿਵੇਂ ਵੇਖਣਾ ਕਿ A B C ਅਗਰ ਤਿੰਨਾਂ ਦੇ ਐਲੀਮੈਂਟ ਇਸ ਸੈਟ ਦੇ ਵਿੱਚ ਪ੍ਰੈਜ਼ੈਂਟ ਨੇ ਤਾਂ यूनिवर्सल सेट ਹੋਊਗਾ ਅਦਰਵਾਈਜ਼ ਨਹੀਂ ਹੋਊਗਾ।
भावे सी दे चेक करो 0 भी प्रेजेंट है, 2 भी प्रेजेंट है, 4 भी, 6 भी, 8 प्रेजेंट नहीं है, मींस ए यूनिवर्सल सेट नहीं है। ए बी सी ਲਈ ਦੱਸਣਾ ਕਿ ਆਪਾਂ यूनिवर्सल सेट ਹੈਗਾ कि नहीं है। यूनिवर्सल सेट कदों होगा ਜਦੋਂ ए बी सी ਤਿੰਨਾਂ ਦੇ ਐਲੀਮੈਂਟ ਇਸ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ। ਸਭ ਕੀ ਲਿਖਣਾ ਹੈ, इट इज नॉट यूनिवर्सल सेट फॉर ए बी एंड सी। यूनिवर्सल सेट नहीं है, रीजन भी दे सकते हैं बिकॉज ਜਿਹੜਾ 8 है वो बिलोंग तो करता पे सी ਨੂੰ क्योंकि सी ਦੇ ਵਿੱਚ 8 प्रेजेंट है, बट 8 not belong to our set given अपन 0 1 2 3 4 5 6 ए सेट में ਹੁਣ ਆਪਾਂ ਚੈੱਕ ਕਰਨਾ ਜਿਹੜਾ ਆਪਾਂ ਨੂੰ ਆ ਸੈਟ ਗਿਵਨ ਹੈ ਇਹ ਯੂਨੀਵਰਸਲ ਸੈਟ ਹੈ ए बी सी ਲਈ ਕਿ ਨਹੀਂ ਹੈ। ਚੈੱਕ ਕਰੋ एलिमेंट ਪਹਿਲਾ 1 3 5 प्रेजेंट है, फिर बी ਦੇ ਚੈੱਕ ਕਰੋ 2 4 6 सो प्रेजेंट है, 3 ਦੇ ਚੈੱਕ ਕਰੋ 0 2 4 6 8 ये भी प्रेजेंट है, मींस ये यूनिवर्सल सेट है। इट इज यूनिवर्सल सेट फॉर ए बी एंड सी, ठीक है। एज ਜਿਹੜੇ all the elements of A, B, C present in the set, क्योंकि ਜਿਹੜੇ A, B, C ਤਿੰਨਾਂ ਦੇ ਜਿਹੜੇ ਐਲੀਮੈਂਟ ਨੇ ਉਹ ਇਸ ਸੈੱਟ ਦੇ ਵਿੱਚ ਪ੍ਰੈਜ਼ੈਂਟ ਹੈ। ਹੁਣ ਆਪਾਂ ਮੂਵ ਕਰਦੇ ਹਾਂ ਕੁਐਸਚਨ ਨੰਬਰ 3 ਤੇ। ਇੱਕ ਵਾਰ ਤਾਂ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ, ਆਪਾਂ ਚੈੱਕ ਕਰਨਾ ਕਿ ਤਿੰਨ ਸੈੱਟ ਆਪਾਂ ਨੂੰ ਗਿਵਨ ਹੈ। ਇਹ ਜਿਹੜਾ ਆਹ ਵਾਲਾ ਸੈੱਟ ਗਿਵਨ ਹੈ ਇਹ ਯੂਨੀਵਰਸਲ ਸੈੱਟ ਹੈ A, B, C ਦਾ ਕਿ ਨਹੀਂ। यूनिवर्सल सेट कदों होगा जो ए बी सी तीनों के एलिमेंट इस सेट दे विच प्रेजेंट होंगे। ਇਹਦੇ ਵਿੱਚ 8 ਨਹੀਂ ਪ੍ਰੈਜ਼ੈਂਟ ਸੀ ਸੋ ਯੂਨੀਵਰਸਲ ਸੈਟ ਨਹੀਂ ਸੀ, ਇਹਦੇ ਵਿੱਚ ਸਾਰੇ ਐਲੀਮੈਂਟ ਪ੍ਰੈਜ਼ੈਂਟ ਸੀ ਸੋ ਯੂਨੀਵਰਸਲ ਸੈਟ ਹੈਗਾ। ਹੁਣ ਆਪਾਂ ਕਰਦੇ ਹਾਂ ਕੁਐਸਚਨ ਨੰਬਰ ਨੈਕਸਟ ਇਸ ਦਾ, ਦੇਖੋ ਦੋ ਕੁਐਸਚਨ ਪੈਂਡਿੰਗ ਸੌਰੀ। ਹੁਣ ਆਪਣੀ ਕੋਲ 9th ਕੁਐਸਚਨ ਦਾ 3rd ਪਾਰਟ ਹੈ, ਇਹਦੇ ਵਿੱਚ ਆਪਾਂ ਨੇ ਕੀ ਕੀਤਾ 5 ਐਲੀਮੈਂਟ ਗਿਵਨ ਹੈ ਤੇ ਦੱਸਣਾ ਯੂਨੀਵਰਸਲ ਸੈਟ ਹੈ ए बी सी ਲਈ ਕਿ ਨਹੀਂ ਹੈ। ਹੁਣ ਇਹ ਕੀ ਐਮਪਟੀ ਸੈਟ ਹੈ, ਇਹਦੇ ਵਿੱਚ ਕੋਈ ਐਲੀਮੈਂਟ ਹੀ ਪ੍ਰੈਜ਼ੈਂਟ ਨਹੀਂ ਹੈ ਸੋ ਯੂਨੀਵਰਸਲ ਸੈਟ ਕਿਵੇਂ ਹੋਊਗਾ। ਸੋ ਆਪਾਂ ਕੀ ਲਿਖਣਾ ਹੈ, ਇਟ ਇਜ਼ not a universal set because ਕੀ ਲਿਖਾਂਗੇ it does not contain any elements in A, B, C। एलिमेंट्स दा एक ये एक फाई एम्प्टी सेट है। एम्प्टी सेट केड़ा सेट हुंदा है जिंदे विच कोई भी एलिमेंट प्रेजेंट नहीं हुंदा। एम्प्टी वर्ड ही खाली लिए यूज करते हैं आपां। सो ये यूनिवर्सल सेट किवें होगा क्योंकि इहदे च जेड़ा कोई एलिमेंट है खुद ही खाली है, फिर एलिमेंट भी की प्रेजेंट होंगे कंटेन एनी एलिमेंट। ठीक है, नेक्स्ट ਆਪਾਂ ਵੇਖਦੇ ਹਾਂ 1 3 5 ਇਹਦੇ ਵਿੱਚ ਪ੍ਰੈਜ਼ੈਂਟ ਹੈ A ਸੈਟ ਦੇ ਸਾਰੇ ਐਲੀਮੈਂਟ, B ਸੈਟ ਦੇ 2 4 6 ਇਹ ਵੀ A ਸੈਟ ਦੇ ਵਿੱਚ ਪ੍ਰੈਜ਼ੈਂਟ ਨੇ। ਥਰਡ ਦੇ 0 ਪ੍ਰੈਜ਼ੈਂਟ ਨਹੀਂ ਹੈ ਸੋ ਆਪਾਂ ਕੀ ਲਿਖਾਂਗੇ ਇਟ ਇਜ਼ not a universal set of A B and C। ਤਿੰਨਾਂ ਦੇ ਜਦੋਂ ਐਲੀਮੈਂਟ ਪ੍ਰੈਜ਼ੈਂਟ ਹੋਣਗੇ ਤਾਂ यूनिवर्सल सेट होगा, अदरवाइज यूनिवर्सल सेट नहीं होगा। सो 0 ਜਿਹੜਾ ਬਿਲੋਂਗ ਕਰਦਾ ਪਿਆ ਸੈਟ C ਨੂੰ, ਬਟ ਜਿਹੜਾ ਬਿਲੋਂਗ ਨਹੀਂ ਕਰਦਾ ਪਿਆ 1 2 3 4 5 6 7 8। ਠੀਕ ਹੈ, ਕਲੀਅਰ ਸਟੂਡੈਂਟ। यूनिवर्सल सेट ਕੀ ਹੁੰਦਾ, ਉਹ ਸੈਟ ਜਿਹਦੇ ਵਿੱਚ ਸਾਰੇ ਐਲੀਮੈਂਟ ਪ੍ਰੈਜ਼ੈਂਟ ਹੁੰਦੇ ਨੇ। ਆਪਾਂ ਇੱਥੇ ਚੈੱਕ ਕਰਨਾ ਹੈ ਜਦੋਂ A B C ਤਿੰਨਾਂ ਦੇ ਐਲੀਮੈਂਟ ਸੈਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਤਾਂ ਉਹ यूनिवर्सल सेट होगा, अदरवाइज यूनिवर्सल सेट नहीं होगा। ਅੱਜ ਆਪਣੀ ਕੋਲ ਐਕਸਰਸਾਈਜ਼ 1.3 ਹੈ ਜਿਹੜੀ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕੀ ਹੈ
ਤੇ ਅਬ ਕੱਲ ਆਪਾਂ ਨੈਕਸਟ ਮਤਲਬ ਲੈਕਚਰ ਦੇ ਵਿੱਚ ਆਪਾਂ ਕੀ ਕਰਾਂਗੇ ਐਕਸਰਸਾਈਜ਼ 1.4 ਕਰਾਂਗੇ। ਅਗਰ ਤੁਹਾਨੂੰ ਇਸ ਲੈਕਚਰ ਦੇ ਵਿੱਚ ਕੋਈ ਵੀ ਡਾਊਟ ਹੋਇਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ, ਮੈਂ ਤੁਹਾਡੇ ਡਾਊਟਸ ਦਾ ਰਿਪਲਾਈ ਕਰੂੰਗੀ। ਆਈ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ। ਬੱਚੇ ਵਧੀਆ ਲੱਗੀ ਹੋਈ ਲਾਈਕ ਕਰਿਓ, ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸਟੂਡੈਂਟ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ ਸਟੂਡੈਂਟਸ। ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਐਕਸਰਸਾਈਜ਼ 1.4 ਦੇ ਬੇਸਿਕਸ। ਥੈਂਕ ਯੂ।